ਲੋ ਜੀ ਆਖਰਕਾਰ ਸਾਡੀ ਲਾਈਨ ਮਿਲ ਗਈ ਹੈ ਯੂਕਰੇਨ ਔਰ ਯੂਕਰੇਨ ਤੋਂ ਗੁਰਲੀਨ ਸਾਡੇ ਨਾਲ ਲਾਈਨ ਤੇ ਜੁੜੀ ਹੈ। ਇਹ ਲੜਕੀ ਵਿਦਿਆਰਥਣ ਹੈ ਉੱਥੇ ਔਰ ਇਹ ਬੱਚੇ ਜਿਹੜੇ ਹੈ ਇਹ ਗੁਰਜੀਤ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਉਹਨਾਂ ਦੇ ਨਾਲ ਵੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਨੇ। ਤੋ ਅਸੀਂ ਗੁਰਲੀਨ ਨਾਲ ਤੁਹਾਡੀ ਗੱਲਬਾਤ ਯੂਕਰੇਨ ਤੋਂ ਲੱਗੇ ਹਾਂ ਲਾਈਵ ਕਰਵਾਉਣ ਔਰ ਜਾਣਨਾ ਚਾਹਾਂਗੇ ਕਿ ਕੀ ਸਿਚੁਏਸ਼ਨ ਹੈ ਉੱਥੇ, ਕਿੰਨੇ ਕੁ ਬੱਚੇ ਨੇ, ਕੀ ਸਿਚੁਏਸ਼ਨ ਹੈ। ਗੁਰਲੀਨ ਸਵਾਗਤ ਕਰਦੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਕਿੱਥੇ ਹੋ ਇਸ ਵੇਲੇ? ਯੂਕਰੇਨ ਦੇ ਵਿੱਚ ਬਾਰਡਰ ਤੇ ਹੋ ਪੋਲੈਂਡ ਦੇ? ਕਿਸ ਜਗ੍ਹਾ ਤੇ ਹੋ? ਨਹੀਂ, ਅਸੀਂ ਖਾਰਕਿਵ ਦੇ ਵਿੱਚ ਆ। ਖਾਰਕਿਵ ਸ਼ਹਿਰ ਹੈ ਯੂਕਰੇਨ ਦਾ, ਉਹਦੇ ਵਿੱਚ ਆ, ਜੋ ਕਿ ਬਾਰਡਰ ਤੋਂ ਬਹੁਤ ਜ਼ਿਆਦਾ ਦੂਰ ਹੈ। 1600 ਕਿਲੋਮੀਟਰ ਦੂਰ ਹੈ। 1600 ਕਿਲੋਮੀਟਰ ਦੂਰ ਹੈ? ਹਾਂਜੀ। ਔਰ ਇਹ ਜਿਹੜਾ ਤੁਹਾਡੀ ਕੈਪੀਟਲ ਹੈ ਕੀਵ, ਉਸ ਤੋਂ ਕਿੰਨੀ ਦੂਰ ਹੈ ਇਹ? ਕੀਵ ਤੋਂ ਬਸ ਕਹਿ ਸਕਦੇ ਹੋ 7 to 8 ਆਵਰਸ ਦਾ ਰਸਤਾ ਹੈ ਬਾਈ ਬੱਸ। ਸੋ ਬਾਈ ਬੱਸ ਕੀਵ ਤੋਂ ਵੀ 7-8 ਘੰਟੇ ਦਾ ਰਸਤਾ ਹੈ ਤੇ ਪੋਲੈਂਡ ਦੇ ਬਾਰਡਰ ਤੋਂ ਤੁਸੀਂ 1600 ਕਿਲੋਮੀਟਰ ਦੂਰ ਹੋ, ਇਹ ਦੱਸ ਰਹੇ ਹੋ? ਹਾਂਜੀ। ਤੁਹਾਨੂੰ ਨੀਅਰੈਸਟ ਬਾਰਡਰ ਕਿਹੜਾ ਪੈ ਰਿਹਾ ਹੈ ਯੂਕਰੇਨ ਦੇ ਨਾਲ? ਬਾਰਡਰ ਕਿਹੜਾ ਪੈ ਰਿਹਾ ਹੋਰ ਨੀਅਰੈਸਟ? ਰਸ਼ੀਆ, ਨੀਅਰੈਸਟ ਰਸ਼ੀਆ ਹੀ ਹੈ। ਰਸ਼ੀਆ ਕਿੰਨੀ ਦੂਰ ਹੈ ਤੁਹਾਡੇ ਤੋਂ ਇੱਥੋਂ? ਕਹਿ ਸਕਦੇ ਹੋ ਤੁਸੀਂ ਬਿਲਕੁਲ 60 ਕਿਲੋਮੀਟਰ ਹੋਏਗਾ ਜਾਂ ਇਸ ਤੋਂ ਹੀ ਕੋਲ। ਅੱਛਾ, ਤੇ ਤੁਸੀਂ ਹਾਂਜੀ ਜੀ ਸਾਨੂੰ ਦੱਸੋ ਕਿ ਰਸ਼ੀਅਨ ਫੌਜਾਂ ਜਿਹੜੀਆਂ ਉਹ ਆਲਮੋਸਟ ਸਾਰੇ ਪਾਸਿਓਂ, ਨਾਰਥ ਵਾਲੇ ਪਾਸਿਓਂ, ਈਸਟ ਵਾਲੇ ਪਾਸਿਓਂ ਯੂਕਰੇਨ 'ਚ ਬੜੀਆਂ ਸੀਗੀਆਂ ਤੇ ਤੁਹਾਡਾ ਵੀ ਜਿਹੜਾ ਇਹ ਸ਼ਹਿਰ ਹੈ ਉਹਦੇ ਉੱਥੇ ਵੀ ਰਸ਼ੀਅਨ ਫੌਜਾਂ ਆਈਆਂ? ਹਾਂਜੀ ਬਿਲਕੁਲ, ਸਾਡੇ ਤਾਂ ਖਾਰਕਿਵ ਨੀਅਰੈਸਟ ਹੈ ਰਸ਼ੀਆ ਤੋਂ। ਤੁਸੀਂ ਮੈਪ ਵੀ ਚੈੱਕ ਕਰ ਸਕਦੇ ਹੋ। 1 ਆਵਰ ਲੱਗੇਗਾ ਤੁਹਾਨੂੰ ਰਸ਼ੀਆ ਪਹੁੰਚਣ ਲਈ ਸਿਰਫ। ਤੇ ਤੁਹਾਡੇ ਸ਼ਹਿਰ 'ਚ ਕੀ ਸਿਚੁਏਸ਼ਨ ਹੈ ਇਸ ਵੇਲੇ? ਰਸ਼ੀਅਨ ਫੌਜਾਂ ਉੱਥੇ ਅਟੈਕ ਕਰ ਰਹੀਆਂ? ਬਹੁਤ 1-2 ਦਿਨ ਤੱਕ ਪਹਿਲਾਂ ਠੀਕ ਸੀ, ਹੁਣ ਬਹੁਤ ਵਰਸਟ ਹੋ ਰਹੀ ਹੈ। ਕੱਲ ਤੋਂ ਕੰਟੀਨਿਊ ਬੋmbਿੰਗ ਹੋ ਰਹੀ ਹੈ। ਅੱਜ ਕਾਫੀ ਸੜਕ ਵਗੈਰਾ ਖਰਾਬ ਕੀਤੀ ਹੈ। ਸੁਣਨ ਨੂੰ ਆਇਆ ਕਿ ਕਾਫੀ ਘਰਾਂ ਵਿੱਚ ਵੀ ਉਹਨਾਂ ਨੇ ਮਿਸਾਈਲਸ ਵਗੈਰਾ ਭੇਜੀਆਂ ਨੇ ਤੇ ਹੁਣ ਵੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ। ਕਦੇ ਵੀ ਸਾਇਰਨ ਵੱਜ ਜਾਂਦਾ ਹੈ, ਕਦੇ ਵੀ ਬੋmbਿੰਗ ਸਟਾਰਟ ਹੋ ਜਾਂਦੀ ਹੈ। ਔਰ ਤੁਸੀਂ ਕਰਫਿਊ ਲੱਗਾ ਹੋਇਆ ਹੈ। ਤੁਸੀਂ ਕਿੱਥੇ ਪਨਾਹ ਲਈ ਹੋਈ ਹੈ? ਸ਼ੈਲਟਰ ਕਿੱਥੇ ਲਿਆ ਹੋਇਆ ਤੁਸੀਂ? ਪਹਿਲਾਂ ਦੇ ਸਟਾਰਟਿੰਗ ਦੇ 1-2 ਦਿਨ ਅਸੀਂ ਮੈਟਰੋ ਦੇ ਵਿੱਚ ਸ਼ੈਲਟਰ ਲਿਆ ਸੀ, ਬਟ ਹੁਣ ਅਸੀਂ ਆਪਣੇ ਫਲੈਟ ਦੀ ਹੀ ਬੇਸਮੈਂਟ 'ਚ ਸ਼ੈਲਟਰ ਲਿਆ ਹੈ। ਅਸੀਂ ਹੁਣ ਉੱਪਰ ਆਏ ਸੀ ਕਿਉਂਕਿ ਸਾਡਾ ਪਲਾਨ ਬਣ ਰਿਹਾ ਕਿ ਸੁਣਨ ਨੂੰ ਆ ਰਿਹਾ ਕਿ ਜ਼ਿਆਦਾ ਫੁੱਲ ਫਲੈਜ ਵॉर ਹੋ ਸਕਦੀ ਹੈ, ਤਾਂ ਖਾਰਕਿਵ ਛੱਡਣਾ ਬੈਟਰ ਹੈ। ਪਰ ਬਹੁਤ ਡਿਫਿਕਲਟ ਹੈ ਜਾਣਾ, ਬਾਹਰ ਜਾਣਾ। ਕਰਫਿਊ ਲੱਗਾ ਹੋਇਆ ਹੈ ਔਰ ਕਰਫਿਊ ਦੇ ਵਿੱਚ ਅਗਰ ਬਾਹਰ ਜਾ ਰਹੇ ਹੋ ਤਾਂ ਔਨ ਸ਼ੂਟ ਆਊਟ ਕਰਨ ਦਾ ਆਰਡਰ ਹੈ। ਅੱਛਾ, ਇਹ ਦੱਸੋ ਕਿ ਇੰਨੇ ਦਿਨਾਂ ਤੋਂ ਤੁਸੀਂ ਫਸੇ ਹੋਏ ਹੋ, ਤੁਹਾਡੇ ਕੋਲ ਕੋਈ ਰਾਸ਼ਨ ਪਾਣੀ ਦਾ ਇੰਤਜ਼ਾਮ ਸੀ ਇੱਥੇ? ਹਾਂਜੀ, ਰਾਸ਼ਨ ਪਾਣੀ ਤਾਂ ਇਹ ਹੈ ਕਿ ਜਦੋਂ ਫਸਟ ਡੇ ਹੋਇਆ ਪਤਾ ਚੱਲਿਆ ਹਾਂਜੀ ਏਦਾਂ ਵॉर ਹੋ ਰਹੀ ਹੈ, ਤਾਂ ਅਸੀਂ ਮਿਨੀਮਮ 7 days ਦਾ ਇਕੱਠਾ ਕਰ ਲਿਆ ਸੀ ਵਾਟਰ ਐਂਡ ਫੂਡ। ਬਟ ਦ ਥਿੰਗ ਇਜ਼ ਆਫਟਰ 7 days ਹੂ ਇਜ਼ ਰਿਸਪੋਂਸਿਬਲ? ਕੋਈ ਸਾਡੇ ਕੋਲ ਹੈਲਪ, ਖਾਣੇ ਪੀਣ ਦੀ ਪ੍ਰੋਪਰ ਹੈਲਪ ਹੈ, ਉਹ ਤਾਂ ਕੋਈ ਗੱਲ ਨਹੀਂ, ਬਟ ਸਾਨੂੰ ਇੱਥੋਂ ਕਢਵਾਉਣ ਦੀ ਕੋਈ ਹੈਲਪ ਨਜ਼ਰ ਨਹੀਂ ਆ ਰਹੀ ਹੈ। ਤੁਸੀਂ ਉਹ ਬੋਲ ਰਹੇ ਕਿ ਤੁਸੀਂ ਪੋਲੈਂਡ ਤੱਕ ਆਓ, ਹੰਗਰੀ ਤੱਕ ਆਓ, ਉੱਥੇ ਤੱਕ ਆਣਾ ਇਜ਼ ਵੇ ਟੂ ਡਿਫਿਕਲਟ। ਤੁਸੀਂ ਜਿਹੜੀ ਇੰਡੀਅਨ ਅੰਬੈਸੀ ਹੈ ਉਹਦੇ ਸੰਪਰਕ 'ਚ ਹੈਗੇ ਹੋ? ਉੱਥੇ ਇੰਡੀਅਨ ਅੰਬੈਸੀ ਨਾਲ ਸੰਪਰਕ 'ਚ ਹੈਗੇ? ਤੁਹਾਨੂੰ ਕੋਈ ਕੰਟੈਕਟ ਨੰਬਰ ਹੈ, ਕੋਈ ਫੋਨ ਨੰਬਰ ਹੈ? ਹਾਂ, 2-3 ਐਮਬੈਸੀਜ਼ ਤੋਂ ਮਤਲਬ ਜਿੱਦਾਂ ਗੱਲ ਚੱਲ ਰਹੀ ਹੈ ਬੱਚਿਆਂ ਦੀ ਹੀ, ਉਹ ਆਹੀ ਕਹਿ ਰਹੇ ਹੈ ਕਿ ਹਜੇ ਕੋਈ ਮੀਟਿੰਗ ਚੱਲ ਰਹੀ ਹੈ, ਕੁਛ ਪਤਾ ਨਹੀਂ ਚੱਲ ਰਿਹਾ, ਮੀਟਿੰਗ ਚੱਲ ਰਹੀ ਹੈ, ਇਹੀ ਸੁਣਨ ਨੂੰ ਆ ਰਿਹਾ। ਅੱਜ ਵੀ ਆਹੀ ਕਹਿ ਰਹੇ ਹਾਂਜੀ ਮੀਟਿੰਗ ਚੱਲ ਰਹੀ ਹੈ, ਬਟ ਨੋ ਰਿਜ਼ਲਟ ਕਿ ਕੀ ਹੋਇਆ ਮੀਟਿੰਗ ਦਾ ਜਾਂ ਕੀ ਹੈ ਉਹ ਕੁਛ ਨਹੀਂ ਪਤਾ ਚੱਲ ਰਿਹਾ। ਤੁਸੀਂ ਇੱਥੇ ਕੀ ਪੜ੍ਹਾਈ ਕਰ ਰਹੇ ਸੀ? ਹਾਂਜੀ, ਮੈਂ MBBS ਦੀ ਸਟੱਡੀ ਇੱਥੇ ਕਰ ਰਹੀ ਸੀ, ਮੇਰਾ 3rd year ਹੈ, ਚੱਲ ਰਿਹਾ। ਹੋਰ ਵੀ ਬੱਚੇ ਹੋਣਗੇ ਭਾਰਤੀ ਮੂਲ ਦੇ ਇੱਥੇ? ਬਹੁਤ ਭਾਰਤੀ ਤਾਂ ਬਹੁਤ ਫਸੇ ਹੋਏ ਨੇ ਤੇ ਬਟ ਇਹ ਹੈ ਨਾ ਕਿ ਜਿਵੇਂ ਸਾਰੇ ਆਪਣੇ ਆਪਣੇ ਫਲੈਟ ਰਹਿੰਦੇ ਆ ਤਾਂ ਆਸ-ਪਾਸ ਇੰਨੇ ਜਾਣੇ ਨਹੀਂ ਹੈ ਜੀ। ਪਰ ਗੁਰਲੀਨ, ਇਹ ਤੁਹਾਨੂੰ ਦੱਸਿਆ ਜਾ ਰਿਹਾ ਸੀਗਾ ਕਿ ਹਾਲਾਤ ਬੜੇ ਵਿਗੜਦੇ ਜਾ ਰਹੇ ਹੈ, ਕਿਸੇ ਵੇਲੇ ਵੀ ਰਸ਼ੀਆ ਅਟੈਕ ਕਰ ਸਕਦਾ ਹੈ, ਇਹ ਖਬਰਾਂ ਤੇ ਆ ਰਹੀਆਂ ਸੀ। ਤੁਹਾਨੂੰ ਮੌਕਾ ਨਹੀਂ ਲੱਗਾ ਇੱਥੋਂ ਨਿਕਲਣ ਦਾ ਪਹਿਲਾਂ?
ਗੱਲ ਇਹ ਹੈ ਕਿ ਪਤਾ ਸੀਗਾ ਕਿ ਹਾਂਜੀ ਏਦਾਂ ਹੋ ਰਿਹਾ, ਬਟ ਕੀ ਹੋਇਆ ਕਿ ਯੂਨੀਵਰਸਿਟੀ ਨਾਲ ਗੱਲ ਕੀਤੀ। ਯੂਨੀਵਰਸਿਟੀ ਕਹਿੰਦੀ ਅਸੀਂ ਆਨਲਾਈਨ ਕਲਾਸਿਸ ਨਹੀਂ ਕਰਨੀ, ਕੋਈ ਵਾਰ ਨਹੀਂ ਹੋਣੀ, ਤੁਸੀਂ ਆ ਕੇ ਕਲਾਸਿਸ ਲਗਾਓ। ਈਵਨ ਜਿਸ ਦਿਨ ਵਾਰ ਹੋਈ ਆ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਕਲਾਸ ਵਿੱਚ ਨਹੀਂ ਸੀਗੇ, ਕੋਈ ਇਨਫੋਰਮੇਸ਼ਨ ਨਹੀਂ ਸੀ। ਅਗਲੇ ਦਿਨ ਮਾਰਨਿੰਗ ਸਵੇਰੇ 5 ਵਜੇ ਸਾਨੂੰ ਪਤਾ ਚੱਲ ਰਿਹਾ ਕਿ ਹਾਂਜੀ ਏਦਾਂ ਦਾ ਕੁਝ ਹਮਲਾ ਹੋਇਆ, ਔਰ ਇੰਡੀਅਨ ਐਮਬੈਸੀ ਨੇ 1-2 ਦਿਨ ਪਹਿਲਾਂ ਦੱਸਿਆ ਸਾਨੂੰ, ਔਰ ਅਸੀਂ ਉਦੋਂ ਹੀ ਟਿਕਟ ਕਰਵਾ ਲਈ ਸੀ। ਮੇਰੀ 28 ਦੀ ਆਲਰੇਡੀ ਟਿਕਟ ਬੁੱਕ ਸੀ ਜੋ ਚਾਰਟਰ ਫਲਾਈਟ में ਆਣਾ ਸੀ, ਤੇ ਪਰ ਉਸ ਤੋਂ ਪਹਿਲਾਂ ਹੀ ਇਹ ਸਭ ਚੀਜ਼ਾਂ ਹੋ ਗਈਆਂ। ਇੰਡੀਅਨ ਐਮਬੈਸੀ ਨੇ ਵੀ ਬਹੁਤ ਲੇਟ ਦੱਸਿਆ ਕਿ ਹਾਂਜੀ, ਔਰ ਉੱਪਰੋਂ ਯੂਨੀਵਰਸਿਟੀ ਸਾਡੀ ਆਫਲਾਈਨ ਚੱਲ ਰਹੀ ਸੀ, ਰੋਜ਼ ਕਲਾਸਿਸ ਲੱਗ ਰਹੀ ਸੀ। ਉਹਨਾਂ ਨੇ ਬਾਅਦ 'ਚ ਕਿਹਾ ਹਾਂਜੀ ਆਨਲਾਈਨ ਕਰ ਦਾਂਗੇ। ਈਵਨ ਮੰਡੇ ਜਿੱਦਾਂ ਹੀ ਸਾਨੂੰ ਪਤਾ ਚੱਲਿਆ ਆਨਲਾਈਨ ਹੈ, ਅਸੀਂ ਆਪਣੀ ਟਿਕਟ ਬੁੱਕ ਕਰਵਾ ਲਈ ਸੀ 28 ਤਰੀਕ ਦੀ ਚਾਰਟਰ ਫਲਾਈਟ, ਜੋ ਸਾਨੂੰ ਅਵੇਲੇਬਲ ਹੋਈ। ਬੱਚੇ 26 ਨੂੰ ਵੀ ਜਾ ਰਹੇ ਸੀ, 26 ਵਾਲੀ ਸੀਟ ਬੁੱਕ ਹੋ ਗਈਆਂ, ਸਾਡੀ 28 ਦੀ ਬੁੱਕ ਹੋਈ ਸੀ ਸੀਟ। ਓਕੇ, ਸੋ ਕੁਝ ਲੋਕਾਂ ਨੂੰ ਇੰਡੀਅਨ ਗਵਰਨਮੈਂਟ ਨੇ ਕੱਢਿਆ ਉੱਥੋਂ, ਕੁਝ ਫਲਾਈਟਾਂ ਆਈਆਂ ਵੀ ਨੇ ਚਾਰਟਰ ਫਲਾਈਟਸ, ਪਰ ਮੈਨੂੰ ਐਂ ਲੱਗਦਾ ਕਿ ਜਿੰਨੀ ਵੱਡੀ ਗਿਣਤੀ ਤੁਸੀਂ ਲੋਕ ਉੱਥੇ ਹੈਗੇ ਹੋ, ਉਹ ਫਲਾਈਟਾਂ ਨਾ ਕਾਫੀ ਸੀਗੀਆਂ, ਔਰ ਇਸੇ ਕਰਕੇ ਅਜੇ ਵੀ ਹਜ਼ਾਰਾਂ ਲੋਕ। ਜੀ नो सर, जो फ्लाइट उधरों जा रही है वो जेड़े पोलैंड के कोल ने उत्थे तक बच्चे पहुंच रहे ने ਉਹੀ है। ਹੁਣ ਸਾਡਾ ਬਿਲਕੁਲ ਨੀਅਰ ਟੂ ਰਸ਼ੀਆ ਹੈ, ਅਸੀਂ ਉੱਥੇ ਤੱਕ ਜਾਈਏ 16 ਕਿਲੋਮੀਟਰ, ਉਹ ਰਸਤਾ ਵੀ ਬਹੁਤ ਖਤਰਨਾਕ ਹੈ, ਟ੍ਰੇਨਸ ਨਹੀਂ ਅਵੇਲੇਬਲ ਹੋ ਰਹੀਆਂ, ਤੇ ਗਰੁੱਪ ਵਿੱਚ ਜਾਣਾ ਪੈਂਦਾ ਆਫ ਕੋਰਸ। ਤੇ ਸਾਡੇ ਜਿਵੇਂ ਅੱਜ ਫਰੈਂਡਸ ਕਈ 7-8 ਫਰੈਂਡਸ ਨਿਕਲੇ ਨੇ, ਉਹ ਵੀ ਹਜੇ ਰੇਲਵੇ ਸਟੇਸ਼ਨ ਤੇ ਹੀ ਬੈਠੇ ਨੇ, ਉਹਨਾਂ ਨੂੰ ਹਜੇ ਟ੍ਰੇਨ ਨਹੀਂ ਮਿਲੀ। ਪਰ ਹੁਣ ਕਰਫਿਊ ਲੱਗ ਚੁੱਕਿਆ, ਅਸੀਂ ਬਾਹਰ ਨਹੀਂ ਜਾ ਸਕਦੇ। ਅਸੀਂ ਵੀ ਸੋਚ ਰਹੇ ਹਾਂ ਕੱਲ ਜਾਣ ਦਾ, ਬਟ ਇਨ ਕੇਸ ਬਾਹਰ ਨਿਕਲਦੇ ਹਾਂ ਔਰ ਸ਼ੁਰੂ ਹੁੰਦਾ ਹੈ ਬੋmbਿੰਗ ਵਗੈਰਾ, ਉਹ ਬਹੁਤ ਅਨਸੇਫ ਹੈ। ਸਾਡੇ ਇੱਧਰੋਂ ਖਾਰਕਿਵ ਤੋਂ ਕੋਈ ਵੀ ਹਜੇ ਟਰੈਵਲ ਨਹੀਂ ਹੋਇਆ ਇੰਡੀਆ। ਨਹੀਂ, ਪਰ ਜਿਹੜੇ ਬੱਚੇ ਜਾ ਰਹੇ ਆ ਉਹ ਕਿੱਥੇ ਜਾ ਰਹੇ ਆ ਟ੍ਰੇਨ ਲੈ ਕੇ, ਕਿਹੜੇ ਸ਼ਹਿਰ ਜਾਣ ਦੀ ਕੋਸ਼ਿਸ਼ ਕਰ ਰਹੇ ਆ? ਸਿਰਫ ਹਜੇ ਤਾਂ ਇੰਡੀਅਨਸ ਜੇ ਗੱਲ ਕਰੀਏ 7-8 ਇੰਡੀਅਨ ਅੱਜ ਗਏ ਨੇ, ਉਹ ਗਏ ਆ ਇੱਥੇ ਬੱਸ ਸਟੈਂਡ ਹੈ, ਉੱਥੋਂ ਲਵੀਵ ਜਾ ਰਿਹਾ। ਲਵੀਵ ਤੋਂ ਅੱਗੇ ਉਹ ਦੇਖ ਰਿਹਾ ਹੰਗਰੀ ਜਾਂ ਪੋਲੈਂਡ ਜਾਈਏ, ਬਟ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਯੋਰ ਪॉकेट शुड बी फुल, ਕਿ ਬਹੁਤ ਜ਼ਿਆਦਾ ਪੈਸੇ ਲੱਗ ਰਹੇ ਆ ਜਾਣ ਦੇ, ਔਰ ਅਗਰ ਤੁਹਾਡੀ ਪॉकेट ਫੁੱਲ ਹੈ ਤਾਂ ਹੀ ਟਰੈਵਲ ਕਰੋ। ਔਰ ਇਹ ਸਿਚੁਏਸ਼ਨ ਬਣ ਰਹੀ ਹੈ, ਹਜੇ ਬੱਚੇ ਪਹੁੰਚੇ ਨਹੀਂ ਹੈ, ਇਨ ਟ੍ਰੇਨ ਹੀ ਹੈ। ਓਕੇ, ਐਕਚੁਅਲੀ ਮੇਰੀ ਮਿਸਟਰ ਔਜਲਾ ਨਾਲ ਗੱਲ ਹੋਈ ਸੀ, ਗੁਰਜੀਤ ਔਜਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ, ਉਹ ਵੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨੇ? ਹਾਂਜੀ, ਮੈਂ ਟੈਕਸਟ ਕੀਤਾ ਸੀ ਉਹਨਾਂ ਨੂੰ, ਅੱਜ ਹੀ ਟੈਕਸਟ ਕੀਤਾ ਹੈ ਜੀ। ਉਹ ਮੈਨੂੰ ਦੱਸਿਆ ਮਿਸਟਰ ਔਜਲਾ ਨੇ ਕਿ ਉਹ ਕੋਸ਼ਿਸ਼ ਕਰ ਰਹੇ ਹੈ ਕਿ ਦਿੱਲੀ ਕੱਲ ਜਾਣਗੇ, ਉੱਥੇ ਗੱਲਬਾਤ ਕਰਨਗੇ, ਤੁਹਾਡਾ ਮੁੱਦਾ ਸਰਕਾਰ ਨਾਲ ਡਿਸਕਸ ਕਰਨਗੇ, ਪਰ ਤੁਹਾਡੇ ਲਈ ਤੇ ਪਲ ਇਸ ਲਈ ਔਖਾ ਬੀਤ ਰਿਹਾ ਹੋਏਗਾ। ਜਿਵੇਂ ਕੱਲ ਬਹੁਤ ਜ਼ਿਆਦਾ ਬੋmbਿੰਗ ਹੋਈ, ਅੱਜ ਵੀ ਉਹਨਾਂ ਨੇ ਅਲਰਟ ਕੀਤਾ ਕਿ ਹਾਈ ਬੋmbਿੰਗ ਹੋ ਸਕਦੀ ਹੈ, ਕਿਉਂਕਿ ਕੋਈ ਸਿਚੁਏਸ਼ਨ ਦਾ ਪਤਾ ਨਹੀਂ ਹੈ। ਇਹੀ ਹੈ ਕਿ ਅਗਰ ਪੋਲੈਂਡ ਦੀ ਜਗ੍ਹਾ ਕੋਈ ਹੋਰ ਰੂਟ ਕੀਤਾ ਜਾਏ ਜਿੱਥੋਂ ਸਾਨੂੰ ਸੇਫ ਕੀਤਾ ਜਾਏ, ਕਿਉਂਕਿ ਜੋ ਕੰਟਰੀਜ਼ ਪੋਲੈਂਡ ਦੇ ਨੇੜੇ ਆ ਉਹ ਤਾਂ ਆਰਾਮ ਨਾਲ ਜਾ ਸਕਦੇ ਆ। ਹੁਣ ਅਸੀਂ ਇੰਨੀ ਅਮਾਊਂਟ ਵਿੱਚ ਜਾਈਏ ਉੱਥੇ, ਇੱਥੋਂ ਨਿਕਲੀਏ ਬਾਅਦ ਬਹੁਤ ਡਿਫੀਕਲਟ ਹੈ। ਅਸੀਂ ਇਹੀ ਚਾਹ ਰਹੇ ਹਾਂ ਕਿ ਕੋਈ ਰਸ਼ੀਆ ਦੇ ਨੇੜੋਂ ਬਾਰਡਰ ਹੈ ਜਿੱਥੋਂ ਜਾ ਸਕਦੇ ਆ, ਉੱਥੋਂ ਜਾ ਸਕੇ ਤਾਂ ਬਹੁਤ ਜ਼ਿਆਦਾ ਬੈਟਰ ਹੈ। ਪਰ ਤੁਹਾਨੂੰ ਪਤਾ ਉਹਨਾਂ ਨੂੰ ਵੀ ਬਹੁਤ ਕ੍ਰਿਟੀਕਲ ਹੋ ਰਹੀ ਹੈ। ਨਹੀਂ, ਪਰ ਬਿਲਕੁਲ ਹੁਣ ਤਾਂ ਇਵਨ ਸਿਵਿਲੀਅਨਸ ਤੇ ਵੀ ਕਹਿ ਰਹੇ ਹੈ ਹੋ ਸਕਦਾ ਅਟੈਕ, ਕਿਉਂਕਿ ਘਰਾਂ ਵਗੈਰਾ ਤੇ ਅਟੈਕ ਹੋਇਆ ਹੈ, ਇਵਨ ਸਿਵਿਲੀਅਨਸ ਤੇ ਵੀ ਅਟੈਕ ਹੋ ਚੁੱਕਾ ਹੈ, ਸਕੂਲਸ ਤੇ ਅਟੈਕ ਹੋ ਚੁੱਕਿਆ। ਹੁਣ ਅਸੀਂ ਕਿੰਨੀ ਦੇਰ ਬੇਸਮੈਂਟ 'ਚ ਰਹਿ ਸਕਦੇ ਹਾਂ? ਤੁਸੀਂ ਕਦੀ ਬਾਹਰ ਨਿਕਲ ਕੇ ਦੇਖਿਆ ਕੋਈ ਤੁਹਾਡੇ ਬੰਬ ਵਗੈਰਾ ਡਿੱਗ ਗਏ ਹੋਣ, ਸ਼ੈਲਿੰਗ ਹੋ ਰਹੀ ਹੋਵੇ, ਕੀ ਹਾਲਾਤ ਨੇ, ਕੀ ਮੰਜ਼ਰ ਹੈ ਤੁਹਾਡੇ ਸ਼ਹਿਰ ਦਾ ਉੱਥੋਂ? ਹਾਂਜੀ, ਅਸੀਂ ਪਹਿਲਾਂ 2 ਦਿਨ ਤੋਂ ਬਾਹਰ ਆ ਜਾਣਾ ਹੀ ਕਰ ਰਹੇ ਸੀ, ਮੈਟਰੋ ਤੋਂ ਫਲੈਟ ਜਾਂਦੇ ਸੀ, ਫਲੈਟ ਤੋਂ ਮੈਟਰੋ ਆਉਂਦੇ ਸੀ, ਬਟ ਹੁਣ ਬਾਹਰ ਜਾਣਾ ਵੀ ਬਹੁਤ ਜ਼ਿਆਦਾ ਡਿਫਿਕਲਟ ਹੋ ਚੁੱਕਾ ਹੈ ਜੀ। ਔਰ ਤੁਹਾਨੂੰ ਇਹ ਵੀ ਪਤਾ ਕਿ ਜਿਹੜੇ ਪੋਲੈਂਡ ਪਹੁੰਚ ਵੀ ਗਏ ਆ, ਉਹਨਾਂ ਨੂੰ ਵੀ ਪੋਲੈਂਡ ਦੀ ਸਰਕਾਰ ਐਕਸੈਪਟ ਨਹੀਂ ਕਰ ਰਹੀ, ਉਹ ਉਲਟਾ ਫਸ ਗਏ ਉੱਥੇ ਜਾ ਕੇ। ਹਾਂਜੀ, ਇਹ ਵੀ ਬਹੁਤ ਸੁਣਨ ਨੂੰ ਆ ਰਿਹਾ ਕਿ ਉੱਥੇ ਜਾ ਕੇ ਬੱਚੇ ਫਸ ਗਏ ਆ, ਉੱਥੇ ਆ ਨਹੀਂ ਰਹੇ। ਇਸ ਕਰਕੇ ਸਾਡੇ ਖਾਰਕਿਵ ਚੋਂ ਹਜੇ ਤੱਕ ਤਾਂ ਕੋਈ ਉੱਥੇ ਇੰਡੀਅਨ ਪਹੁੰਚਿਆ ਨਹੀਂ ਹੈ। ਅਗਰ ਖਾਰਕਿਵ ਚੋਂ ਕੀਵ ਚੋਂ ਹੋਏ ਤਾਂ ਮੈਨੂੰ ਨਹੀਂ ਇਨਫੋਰਮੇਸ਼ਨ। ਖਾਰਕਿਵ ਚੋਂ ਅੱਜ ਬੱਚੇ ਬੈਠੇ ਹੈ ਟ੍ਰੇਨ 'ਚ, ਦੇਖਦੇ ਆ ਉੱਥੇ ਜਾ ਕੇ ਕੀ ਆ, ਬਟ ਉਹਨਾਂ ਨੇ ਸਾਫ਼ ਕਿਹਾ ਤੁਹਾਡੀ
ਪੋਕੇਟਸ ਫੁੱਲ ਹੋਣੀ ਚਾਹੀਦੀ ਹੈ। ਜਿਵੇਂ ਮੇਰਾ ਇੰਟਰਨੈਸ਼ਨਲ ਗਰੁੱਪ ਹੈ ਯੂਨੀਵਰਸਿਟੀ 'ਚ, ਉਹ ਮੇਰੇ ਨਾਲ ਇੱਕ ਕੁੜੀ ਹੈ ਮੋਸਕੋ ਦੇ ਨਹੀਂ, ਮੋਰੋਕੋ ਦੀ, ਤੇ ਉਹ ਪਹੁੰਚੀ ਹੈ ਤੇ ਉਹਨੇ ਕਿਹਾ ਕਿ ਯੂਰ ਪੋਕੇਟ ਸ਼ੁੱਡ ਬੀ ਫੁੱਲਡ, ਕਿ ਉੱਥੇ ਜਾ ਕੇ ਤੁਹਾਨੂੰ ਇੰਨੇ ਪੈਸੇ ਦੇਣੇ ਪੈ ਰਹੇ ਆ ਕਿ ਤੁਹਾਨੂੰ ਕ੍ਰਾਸ ਕਰਵਾ ਦਿਓ। ਤੁਹਾਡੇ ਨਾਲ ਕਿੰਨੇ ਬੱਚੇ ਹੋ ਤੁਸੀਂ ਇਸ ਫਲੈਟ ਦੇ ਵਿੱਚ? ਜਾਂ ਕਾਫੀ ਚੱਲਣਾ ਪੈ ਰਿਹਾ। ਤੁਹਾਡੇ ਨਾਲ ਕਿੰਨੇ ਕੁ ਬੱਚੇ ਆ? ਅਸੀਂ ਫਲੈਟ ਵਿੱਚ ਤਾਂ ਫਿਲਹਾਲ ਮੈਂ ਤੇ ਮੇਰੀ ਰੂਮਮੇਟ ਹੀ ਆ ਸੰਦਲਦੀਪ, ਅਸੀਂ 2 ਜਾਣੇ ਹੀ ਆ, ਤੇ ਬਾਕੀ ਸਾਰੇ ਸਾਡੇ ਫਰੈਂਡਸ ਬਹੁਤ ਦੂਰ ਦੂਰ ਰਹਿੰਦੇ ਆ, ਜਾਂ ਕਈ ਹੋਸਟਲ 'ਚ ਨੇ, ਜਾਂ ਫਿਰ ਇੱਥੋਂ ਇੰਨੀ ਦੂਰ ਹੈ ਕਿ ਅਸੀਂ ਉੱਥੇ ਤੱਕ ਟਰੈਵਲ ਵੀ ਨਹੀਂ ਕਰ ਸਕਦੇ, ਇੰਨਾ ਅਨਸੇਫ ਹੋ ਰਿਹਾ ਹਜੇ। ਪਰ ਤੁਸੀਂ ਆਪਸ 'ਚ ਇਕੱਠੇ ਹੋ, ਇੱਕ ਦੂਜੇ ਨਾਲ ਲਿੰਕਡ ਹੋ? ਜਿਹੜੇ ਬੱਚੇ ਇੰਡੀਅਨ ਬੱਚੇ ਹੋ ਇਸ ਵੇਲੇ ਖਾੜਗੀ ਦੇ ਵਿੱਚ? ਲਿੰਕ ਸਿਰਫ WhatsApp ਮੈਸੇਜ ਹੋ ਰਿਹਾ ਕਿ ਹਾਂ ਇਹ ਹੋ ਰਿਹਾ, ਬਟ ਕੋਈ ਇਨਫੋਰਮੇਸ਼ਨ ਹੈਲਪ ਨਹੀਂ ਕਰ ਰਹੀ। ਕਿ ਹਾਂ ਇੱਥੇ ਸੁਣਨ ਨੂੰ ਆ ਰਿਹਾ ਕਿ ਹਾਂਜੀ ਫੂਡ ਪ੍ਰੋਵਾਈਡ ਕੀਤਾ ਹੈ, ਸਾਡੇ ਕੋਲ ਫੂਡ ਪਿਆ ਇਸ ਲਈ ਸਾਨੂੰ ਨੀਡ ਨਹੀਂ ਪਈ, ਬਟ ਇਹੀ ਹੈ ਕਿ ਹੁਣ ਸੇਫਟੀ ਕੌਣ ਪ੍ਰੋਵਾਈਡ ਕਰ ਸਕਦਾ ਹੈ? ਜਲਦ ਤੋਂ ਜਲਦ ਅਗਰ ਬਾਹਰ ਕੱਢਿਆ ਜਾਏ ਤਾਂ ਹੀ ਸੇਫ ਹੈ। ਔਰ ਪੋਲੈਂਡ ਥਰੂ ਬਾਹਰ ਜਾਣਾ ਆਲਰੇਡੀ ਉੱਥੇ ਬਹੁਤ ਬੱਚੇ ਫਸੇ ਹੋਏ ਆ, ਇਜ਼ ਵੈਰੀ ਡਿਫਿਕਲਟ। ਤੁਸੀਂ ਇਵਨ ਮੈਪ ਚੈੱਕ ਕਰ ਸਕਦੇ ਹੋ, ਰਸ਼ੀਆ ਦੇ ਬਿਲਕੁਲ ਨਾਲ ਖਾਰਕਿਵ ਹੈ। ਅੱਛਾ, ਇਹ ਦੱਸੋ ਕਿ ਤੁਸੀਂ ਪਿੱਛੋਂ ਕਿਹੜੇ ਇਲਾਕੇ ਤੋਂ? ਪੰਜਾਬ ਤੋਂ? ਮੈਂ ਲੁਧਿਆਣਾ ਸ਼ਹਿਰ ਤੋਂ ਆ। ਠੀਕ ਹੈ, ਪੰਜਾਬ ਤੋਂ। ਠੀਕ ਹੈ। ਔਰ ਤੁਹਾਡੀ ਜਿਹੜੀ ਸਾਥੀ ਲੜਕੀ ਦੂਸਰੀ ਹੈ ਸੰਦਲਦੀਪ, ਉਹ ਹਰਿਆਣਾ ਅੰਬਾਲਾ ਤੋਂ। ਤੁਸੀਂ ਆਪਣੇ ਪੇਰੈਂਟਸ ਨਾਲ ਇਨ ਟੱਚ ਹੋ ਲਗਾਤਾਰ? ਹਾਂਜੀ। ਤੁਹਾਡੇ ਪੇਰੈਂਟਸ ਨਾਲ ਤੁਸੀਂ ਇਨ ਟੱਚ ਹੈਗੇ ਹੋ ਰੈਗੂਲਰਲੀ? ਟੱਚ ਵਿੱਚ ਪੈਰੈਂਟਸ ਨੇ, ਜਾਂ ਫਿਰ ਜੋ ਅੱਜ ਮੈਂ ਜਿਨ੍ਹਾਂ ਨੂੰ ਟੈਕਸਟ ਕੀਤਾ ਉਹ ਹੈ, ਹੋਰ ਵੀ 2-3 ਜਗ੍ਹਾ ਟੈਕਸਟ ਕੀਤੇ ਆ, ਉਹਨਾਂ ਨੇ ਨਹੀਂ ਸੀਨ ਕੀਤੇ ਜਾਂ ਫਿਰ ਸੀਨ ਕਰਕੇ ਹਜੇ ਛੋੜੇ ਹੋਏ ਆ। ਆਈ ਡੋਂਟ ਨੋ ਵਾਟ ਹੈਪਨਡ, ਆਈ ਜਸਟ ਟੈਕਸਟ them। ਠੀਕ ਹੈ, ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਵੀ ਲਾਈਨ ਤੇ ਬਣੇ ਰਹਿਣਾ। ਅਸੀਂ ਜ਼ਰੂਰ ਤੁਹਾਡੀ ਵੀ ਜਿੱਥੇ ਤੱਕ ਆਵਾਜ਼ ਜਾ ਸਕਦੀ ਹੈ ਪਹੁੰਚਾਉਂਦੇ ਹਾਂ, ਔਰ ਤੁਹਾਡੀ ਜੋ ਇਨਫੋਰਮੇਸ਼ਨ ਹੈ ਉਹ ਇੰਡੀਅਨ ਗਵਰਨਮੈਂਟ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਤੁਹਾਨੂੰ ਜਿਹੜੀ ਮੇਰੇ ਵੱਲੋਂ ਇਹੀ ਸਲਾਹ ਹੈ ਕਿ ਬਾਹਰ ਅਜੇ ਨਾ ਨਿਕਲੋ ਜਦ ਤੱਕ ਤੁਹਾਡੇ ਕੋਲ ਕੋਈ ਕਨਫਰਮ ਕਿਸ ਤਰ੍ਹਾਂ ਦਾ ਸੇਫ ਤੁਹਾਡੇ ਕੋਲ ਕੋਈ ਪੈਸੇਜ ਨਾ ਹੋਵੇ, ਕਿਉਂਕਿ ਤੁਸੀਂ ਇੱਕ ਵਾਰੀ ਬਾਹਰੋਂ ਨਿਕਲ ਗਏ ਉਲਟਾ ਕਿਤੇ ਹੋਰ ਫਸੋਗੇ ਔਰ ਬਹੁਤ ਮੁਸ਼ਕਿਲ 'ਚ ਚਲੇ ਜਾਓਗੇ, ਕਿਉਂਕਿ ਤੁਸੀਂ ਰਸ਼ੀਆ ਦੇ ਬਹੁਤ ਨੇੜੇ ਹੋ, ਰਸ਼ੀਅਨ ਬਾਰਡਰ ਤੋਂ, ਔਰ ਸਭ ਤੋਂ ਵੱਧ ਅਫੈਕਟਡ ਇਲਾਕੇ 'ਚ ਹੋ। ਇਸ ਕਰਕੇ ਹਜੇ ਰੁਕੋ ਉੱਥੇ ਹੀ। ਔਰ ਮੈਂ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਿ MP ਗੁਰਜੀਤ ਔਜਲਾ ਨਾਲ ਮੇਰੀ ਹੁਣੇ ਗੱਲ ਹੋਈ ਹੈ, ਤਾਂ ਵਰਿਡ ਨੇ ਤੁਹਾਡੇ ਵਾਸਤੇ ਉਹ ਵੀ, ਔਰ ਉਹ ਕਹਿ ਰਹੇ ਕਿ ਅਸੀਂ ਇੰਡੀਅਨ ਗਵਰਨਮੈਂਟ ਨਾਲ ਬੜੇ ਸਟਰੋਂਗਲੀ ਇਹ ਸਾਰਾ ਮੁੱਦਾ ਡਿਸਕਸ ਕਰ ਰਹੇ ਹਾਂ। ਤਾਂ ਤੁਸੀਂ ਇਕੱਲੇ ਨਹੀਂ ਹੋ, ਤੁਹਾਨੂੰ ਪਤਾ ਤੁਹਾਡੇ ਵਰਗੇ ਹੋਰ ਵੀ ਹਜ਼ਾਰਾਂ ਵਿਦਿਆਰਥੀ ਨੇ ਇੰਡੀਅਨ ਜਿਹੜੇ ਉੱਥੇ ਪੜ੍ਹ ਰਹੇ ਨੇ, ਯੂਕਰੇਨ 'ਚ ਫਸੇ ਹੋਏ ਨੇ, ਤਾਂ ਸਭ ਦੇ ਲਈ ਚਿੰਤਾ ਉਹਨਾਂ ਨੂੰ। ਹਾਂਜੀ। ਪਰ ਤੁਸੀਂ ਇੰਡੀਅਨ ਕੌਂਸਲੇਟ ਆਫਿਸ ਨਾਲ ਲਗਾਤਾਰ ਇਨ ਟੱਚ ਹੈਗੇ ਹੋ ਉੱਥੇ? ਇੰਨਾ ਜ਼ਿਆਦਾ ਨਹੀਂ। ਅੱਜ ਮੈਂ ਜਿਨ੍ਹਾਂ ਨੂੰ ਟੈਕਸਟ ਕੀਤਾ ਉਹਨਾਂ ਦੇ ਕੰਟੈਕਟ 'ਚ ਆ, ਜਾਂ ਫਿਰ ਹੋਰ ਵੀ ਮੈਂ ਟੈਕਸਟ ਕੀਤਾ ਸੀਗਾ 2-3 ਜੋ ਨੰਬਰ ਆਏ, ਬਟ ਹਜੇ ਕੋਈ ਉਹਨਾਂ ਤੋਂ ਰਿਪਲਾਈ ਨਹੀਂ ਆਇਆ ਮੈਨੂੰ, ਨਾ ਉਹਨਾਂ ਨੇ ਟੈਕਸਟ ਕੋਈ ਸੀਨ ਕੀਤਾ ਹੈ। ਮੈਂ ਪੋਲੈਂਡ ਵਾਲੇ ਉਧਰ ਵੀ ਗੱਲ ਟੈਕਸਟ ਭੇਜਿਆ ਹੋਇਆ ਹੈ ਕਿ ਹਾਂਜੀ ਕੀ ਸਿਚੁਏਸ਼ਨ ਹੈ, ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੁਝ ਗਰੁੱਪ ਐਟਲੀਸਟ 10-15 ਜਾਣਾ ਦਾ ਟਰੈਵਲ ਕਰੀਏ ਕੱਲ ਸਵੇਰੇ ਇੱਥੋਂ ਲਵੀਵ ਤੱਕ ਦੀ ਬੱਸ ਟ੍ਰੇਨ ਫੜੀਏ, ਕਿਉਂਕਿ ਇੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਹੋ ਚੁੱਕੀ ਹੈ ਕਿ ਘਰਾਂ 'ਚ ਵੀ ਅਟੈਕ ਹੋ ਰਹੇ ਨੇ ਤੇ ਇੱਥੇ ਰਹਿਣਾ ਬਿਲਕੁਲ ਸੇਫ ਨਹੀਂ ਹੈ। ਇਸ ਕਰਕੇ ਅਸੀਂ ਕਹਿ ਰਹੇ ਸੀ ਕਿ ਕੱਲ ਅਸੀਂ ਚੱਲ ਜਾਈਏ, ਕਿਉਂਕਿ ਇੱਥੇ ਕੋਈ ਹੈਲਪ ਨਹੀਂ ਪਹੁੰਚ ਰਹੀ, ਕੋਈ ਕੁਛ ਨਹੀਂ ਹੈ। ਜਾਂ ਤਾਂ ਹੋਏ ਕਿ ਉਹਨਾਂ ਨੇ ਆਹੀ ਕਿਹਾ ਜੇ ਤੁਸੀਂ ਆਉਣਾ ਹੈ ਤਾਂ ਪੋਲੈਂਡ ਜਾਂ ਹੰਗਰੀ ਤੱਕ ਪਹੁੰਚੋ। ਉੱਥੇ ਪਹੁੰਚਣ ਲਈ ਅਸੀਂ ਸੋਚ ਰਹੇ ਸੀ ਕਿ ਕੁਝ ਗਰੁੱਪ ਬੱਚਿਆਂ ਦਾ ਚਲੀਏ ਕੱਲ। ਠੀਕ ਹੈ। ਤੁਹਾਨੂੰ ਕੋਈ ਬਿਲਕੁਲ ਸੇਫ ਨਹੀਂ ਹੈ। ਤੁਹਾਨੂੰ ਫਾਈਨੈਂਸ਼ੀਅਲ ਮਦਦ ਕਿਸੇ ਨੇ ਭੇਜਣੀ ਹੋਏ ਤਾਂ ਕਿਸ ਤਰ੍ਹਾਂ ਭੇਜ ਸਕਦਾ ਹੈ? ਕੋਈ ਤਰੀਕਾ ਹੈ? ਤੁਹਾਡੇ ਅਕਾਊਂਟ 'ਚ ਪੈਸੇ ਫਾਈਨੈਂਸ਼ੀਅਲ ਕੰਡੀਸ਼ਨ ਨਹੀਂ ਸਰ, ਫਾਈਨੈਂਸ਼ੀਅਲ ਕੰਡੀਸ਼ਨ ਦੀ ਜ਼ਰੂਰਤ ਨਹੀਂ ਹੈ। ਬਸ ਇੰਡੀਅਨ ਐਮਬੈਸੀ ਨੂੰ ਇਹੀ ਹੈ ਕਿ ਤੁਸੀਂ ਐਟਲੀਸਟ ਸਾਰੇ ਬੱਚਿਆਂ ਨੂੰ ਇੱਥੋਂ ਕਢਵਾ ਲਓ। ਫਾਈਨੈਂਸ਼ੀਅਲੀ ਕੋਈ ਇੰਨਾ ਜ਼ਿਆਦਾ ਹੈ ਨਹੀਂ, ਬਸ ਇਹੀ ਹੈ ਕਿ ਕੋਈ ਨੀਅਰੈਸਟ ਰੂਟ ਹੋਏ ਰਸ਼ੀਆ ਦਾ, ਉੱਥੋਂ ਸਾਰੇ ਬੱਚਿਆਂ ਨੂੰ ਕਢਵਾ ਲਓ। ਕੱਲੀ ਮੇਰੇ ਤੇ ਨਹੀਂ ਹੈ, ਇੱਥੇ ਮੇਰੇ ਹੋਰ ਵੀ ਸਾਰੇ ਇੰਡੀਅਨਸ ਬੈਠੇ ਨੇ, ਉਹਨਾਂ ਦੀ ਹੈਲਪ ਕੋਈ ਫਾਈਨੈਂਸ਼ੀਅਲੀ ਇਹੀ ਹੈ ਕਿ ਚਲੋ ਤੁਸੀਂ ਗਵਰਨਮੈਂਟ ਨੂੰ ਕਹਿ ਕੇ ਇਹੀ ਕਢਵਾ ਲਓ ਬਸ। ਠੀਕ ਹੈ। ਇੰਡੀਆ ਰੂਟ ਲੈ ਕੇ ਕੋਈ ਜੀ ਤੁਹਾਨੂੰ ਪਤਾ ਇੱਥੋਂ ਟਰੈਵਲ ਕਰਨਾ ਉੱਥੇ 20 ਆਵਰਸ ਇਜ਼ ਸੋ ਡਿਫਿਕਲਟ। ਤੁਹਾਨੂੰ ਪਤਾ ਹੈ ਕਿ ਇੰਡੀਆ ਨੇ ਰਸ਼ੀਆ ਨਾਲ ਇੰਡੀਆ ਦੇ ਸਬੰਧ ਅੱਛੇ ਬਣੇ ਹੋਏ ਆ। ਜੇ ਇੰਡੀਆ ਨੇ ਉਹਨਾਂ ਦੇ ਖਿਲਾਫ ਵੋਟ ਨਹੀਂ ਪਾਈ, ਔਰ ਇੰਡੀਆ
ਔਰ ਰਸ਼ੀਆ ਦੀ ਗੱਲਬਾਤ ਹੋ ਰਹੀ ਹੈ ਪ੍ਰਧਾਨ ਮੰਤਰੀ ਦੀ ਉਹਨਾਂ ਦੇ ਰਾਸ਼ਟਰਪਤੀ ਨਾਲ, ਇੰਡੀਅਨ ਗਵਰਨਮੈਂਟ ਟੂ ਗਵਰਨਮੈਂਟ। ਤਾਂ ਮੇਰੇ ਖਿਆਲ ਹੈ ਕਿ ਸਰ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਰਸ਼ੀਅਨ ਗਵਰਨਮੈਂਟ ਨਾਲ ਗੱਲ ਕਰੇ ਕਿ ਸਾਡੇ ਜਿਹੜੇ ਵਿਦਿਆਰਥੀ ਕੋਈ ਰਸ਼ੀਆ ਆਉਣਾ ਚਾਹੁੰਦੇ ਆ ਉੱਥੋਂ, ਉਹਨਾਂ ਨੂੰ ਜ਼ਰੂਰ ਐਕਸੈਪਟ ਕਰੇ ਰਸ਼ੀਆ, ਕਿਉਂਕਿ ਤੁਹਾਨੂੰ ਨੀਅਰੈਸਟ ਬਾਰਡਰ ਹੀ ਰਸ਼ੀਆ ਪੈ ਰਿਹਾ ਹੈ। हाँ सर, आज 4th डे हो गए, यही सुनने में आ रहा है, गल करेंगे। आज सुनिया है कि बैठक हुई है, बट कोई इंफॉर्मेशन नहीं है कि हाँ जी कढ़िया जाएगा या नहीं। तो बच्चे की करन, बच्चे तो अपना जा ही रहे हैं। और एक इंडियन गवर्नमेंट ने एक हेल्पलाइन शुरू की हुई है, इंडियन गवर्नमेंट ने कुछ हेल्पलाइन नंबर दिते हुए है दिल्ली दे, ਤੁਹਾਡੇ ਪੇਰੈਂਟਸ ਨੂੰ ਚਾਹੀਦਾ ਕਿ ਉੱਥੇ ਗੱਲ ਕਰਨ ਉਹਨਾਂ ਨੰਬਰਾਂ ਤੇ। ਹਾਂਜੀ, ਸਾਡੇ ਪੈਰੈਂਟਸ ਕਰ ਰਹੇ ਆ, ਅੰਮ੍ਰਿਤਸਰ ਵੱਲ ਵੀ ਕੀਤੀ ਹੈ, ਉੱਥੇ ਹੋਰ ਵੀ ਬੱਚੇ ਜਿਹੜੇ ਇੰਡੀਆ 'ਚ ਨੇ ਉਹ ਵੀ ਖੁਦ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਬਟ ਕੋਈ ਇਨਫੋਰਮੇਸ਼ਨ ਤਾਂ ਨਹੀਂ ਆਈ। ਅੱਜ 5th ਡੇ ਹੋ ਗਿਆ ਵਾਰ ਦਾ, ਕਦੋਂ ਤੱਕ ਵੇਟ ਕਰੀਏ? ਠੀਕ ਹੈ, ਤੁਸੀਂ ਹਿੰਮਤ ਬਣਾਏ ਰੱਖੋ ਔਰ ਆਪਣਾ ਫੋਨ ਜਿਹੜਾ ਤੁਹਾਡਾ ਉਹ ਚਾਰਜ ਰਹਿਣਾ ਚਾਹੀਦਾ ਹੈ, ਔਰ ਤੁਹਾਡਾ ਕਨੈਕਸ਼ਨ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹੈ ਤੁਹਾਡੇ ਲਈ ਇਸ ਵੇਲੇ, ਤਾਂ ਕਿ ਤੁਸੀਂ ਬਾਕੀ ਦੁਨੀਆ ਨਾਲ ਜੁੜੇ ਰਹੋ, ਕਨੈਕਸ਼ਨ 'ਚ ਰਹੋ, ਕੰਟੈਕਟ 'ਚ ਰਹੋ। ਠੀਕ ਹੈ, ਤੁਹਾਡੇ ਨਾਲ ਅਸੀਂ ਜੁੜੇ ਰਵਾਂਗੇ ਔਰ ਜੋ ਹੈਲਪ ਬਣ ਪਾਉਂਦੀ ਹੈ ਤੁਹਾਡੀ ਜ਼ਰੂਰ ਕਰਾਂਗੇ ਗੁਰਲੀਨ। ਓਕੇ, ਹੌਸਲਾ ਰੱਖੋ। ਹਾਂਜੀ, ਹੋ ਸਕੇ ਤਾਂ ਜਲਦੀ ਤੋਂ ਜਲਦੀ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਏ। ਜ਼ਰੂਰ 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 ਕਰਾਂਗੇ। ਥੈਂਕ ਯੂ ਸੋ ਮਚ ਗੁਰਲੀਨ, ਔਰ ਹੌਸਲਾ ਬੁਲੰਦ ਰੱਖੋ ਆਪਣਾ। ਠੀਕ ਹੈ, ਥੈਂਕ ਯੂ ਥੈਂਕ ਯੂ। ਔਰ ਇਹ ਸੀ ਇਹ ਬੱਚੀ ਗੁਰਲੀਨ ਜਿਹੜੀ ਲੁਧਿਆਣਾ ਤੋਂ ਹੈ, ਔਰ ਇਹ ਦੱਸ ਰਹੀ ਹੈ ਕਿ ਉਹ 3rd ਈਅਰ 'ਚ ਹੈ, MBBS ਕਰ ਰਹੀ ਹੈ ਉੱਥੇ ਯੂਕਰੇਨ ਦੇ ਵਿੱਚ। ਔਰ ਖਾਰਕਿਵ ਇੱਕ ਜਿਹੜੀ ਬਿਲਕੁਲ 60 ਕਿਲੋਮੀਟਰ ਦੇ ਬਾਰਡਰ 'ਤੇ ਨਾਲ ਹੈ ਰਸ਼ੀਆ ਦੇ, ਉਸ ਸ਼ਹਿਰ ਦੇ ਵਿੱਚ ਹੈ। ਔਰ ਉੱਥੇ ਬੰਬਾਰਡਮੈਂਟ ਕਹਿ ਰਹੀ ਹੈ ਕਿ ਲਗਾਤਾਰ ਜਾਰੀ ਹੈ, ਕਰਫਿਊ ਲੱਗ ਗਿਆ ਹੈ, ਸਾਇਰਨ ਵੱਜ ਰਿਹਾ ਬਾਰ-ਬਾਰ, ਇਸ ਕਰਕੇ ਬਾਹਰ ਨਿਕਲਣਾ ਵੀ ਸੇਫ ਨਹੀਂ। ਪਰ ਕਿੰਨੀ ਦੇਰ ਤੱਕ ਹੁਣ ਆਪਣੀਆਂ ਬੇਸਮੈਂਟਾਂ 'ਚ ਵੜੇ ਰਹਿਣ ਬੱਚੇ, ਇਹ ਵੀ ਉਹਨਾਂ ਲਈ ਵੱਡਾ ਸਵਾਲ ਹੈ। ਤਾਂ ਇੰਡੀਅਨ ਗਵਰਨਮੈਂਟ ਦੀ ਕੋਈ ਮਦਦ ਉਹਨਾਂ ਦਾ ਕਹਿਣਾ ਕਿ ਸਾਨੂੰ ਅਜੇ ਤੱਕ ਨਹੀਂ ਮਿਲੀ, ਨਾ ਤਾਂ ਐਮਬੈਸੀ ਸੰਪਰਕ ਦੇ ਵਿੱਚ ਹੈ, ਨਾ ਹੀ ਉਹਨਾਂ ਨੂੰ ਕਨਫਰਮ ਕੀਤਾ ਜਾ ਰਿਹਾ ਕਿ ਕਦੋਂ ਉਹਨਾਂ ਨੂੰ ਕੱਢਿਆ ਜਾਏਗਾ, ਕਿਸ ਤਰ੍ਹਾਂ ਕੱਢਿਆ ਜਾਏਗਾ, ਕਿੱਥੇ ਲਿਜਾਇਆ ਜਾਏਗਾ, ਕੋਈ ਜਾਣਕਾਰੀ ਇਹਨਾਂ ਬੱਚਿਆਂ ਕੋਲ ਨਹੀਂ ਹੈ। ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ।